Hello my dear students, how are you all? I welcome you all on your own YouTube channel. We have already completed our 3 chapters with exercises and now we are going to start lesson number 4, a glass of milk. Are you ready? Okay. So first is pre-reading, dictionary reference, learning new words. Activity 1. Look up the following words in a dictionary. You should seek the following information about the words. Number 1. Meaning of the words as used in the play. Adjective, noun, verb, etc. सब तो पहला ਜਿਹੜੇ नीचे वर्ड मीनिंग लिखे हुए आ ਉਹਨੂੰ ਤੁਸੀਂ ਡਿਕਸ਼ਨਰੀ ਵਿੱਚੋਂ ਉਹਦੇ मीनिंग ਲੱਭਣੇ ਆ ਹਨਾ ਤੇ ਨੋਟ ਕਰਨੇ ਆ। ਉਸ ਤੋਂ ਬਾਅਦ ਤੁਸੀਂ ਇਹ ਵੀ ਦੇਖਣਾ ਕਿ ਜਿਹੜੇ ਇਹ ਵਰਡਸ ਪਲੇ ਦੇ ਵਿੱਚ ਆਏ ਆ ਤੇ ਕੀ ਉਹ ਐਡਜੈਕਟਿਵ ਯੂਜ਼ ਹੋਏ ਆ ਉੱਥੇ ਜਾਂ ਨਾउन ਜਾਂ ਫਿਰ ਵਰਬ ਦੇ ਰੂਪ ਚ ਯੂਜ਼ ਹੋਏ ਆ। ਠੀਕ ਹੈ। ਨੰਬਰ 2 ਪ੍ਰੋਨੰਸੀਏਸ਼ਨ ਮੀਨਸ ਇਹਨਾਂ ਦੀ ਐਗਜ਼ੈਕਟ ਇਹਨਾਂ ਨੂੰ ਬੋਲਣਾ ਆਉਣਾ ਚਾਹੀਦਾ ਹੈ ਨਾ, ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਬੋਲਦੇ ਆ। Number 3. Words that normally go with the given word. For example, O goes with money, bank, debt, apology, etc. हाँ जी, कहते कुछ शब्द होंगे आ जिहड़े कि दूसरे शब्दों के नाल ही आ जाते हैं। जिस तरह ओ जिहड़ा वर्ड है ना, वो हमेशा ही ज़्यादातर जिहड़ा आ वो किहदे नाल आउंदा आ, पैसे दे नाल, बैंक दे नाल, डेट दे नाल मीनस करजा, ਜਾਂ ਅਪੋਲੋਜੀ ਹੁੰਦਾ ਮੁਆਫੀ ਹੈ ਨਾ, ਇਹਦੇ ਨਾਲ ਆਉਂਦਾ। ਉਹਦਾ ਮਤਲਬ ਕੀ ਹੁੰਦਾ, ਕਿਸੇ ਦਾ ਜਦੋਂ ਆਪਾਂ ਪੈਸਾ ਦੇਣਾ ਹੁੰਦਾ ਹੈ ਨਾ, ਦੇਣਦਾਰ ਹੋਣਾ ਕਿਸੇ ਦਾ, ਤੇ ਉਹ ਸਾਰੀਆਂ ਚੀਜ਼ਾਂ ਕਿਹਦੇ ਨਾਲ ਰਿਲੇਟਡ ਹੋ ਜਾਂਦੀਆਂ, ਪੈਸੇ ਦੇ ਨਾਲ, ਬੈਂਕ ਦੇ ਨਾਲ, ਕਰਜ਼ੇ ਦੇ ਨਾਲ ਜਾਂ ਮੁਆਫੀ ਦੇ ਨਾਲ ਹੈ ਨਾ। ਠੀਕ ਹੈ। ਨੰਬਰ 4 ਸਪੈਲਿੰਗਸ। ਹਾਂਜੀ, ਹੁਣ ਇਹਨਾਂ ਦੇ ਤੁਹਾਨੂੰ ਸਪੈਲਿੰਗ ਵੀ ਲਿਖਣੇ ਆਉਣੇ ਚਾਹੀਦੇ ਆ। ਠੀਕ ਹੈ। ਤੇ ਇੱਕ ਵਾਰੀ ਆਪਾਂ ਇਹਨਾਂ ਦੇ ਮੀਨਿੰਗਸ ਦੇਖ ਲਈਏ। ਸੋ ਤੁਹਾਡੀਆਂ ਨੋਟਬੁੱਕਸ ਤੇ ਪੈਨ ਕੋਲ ਹੈਗੀਆਂ ਨਾ ਨੋਟ ਡਾਊਨ ਕਰਨ ਦੇ ਲਈ। ਓਕੇ, ਚਲੋ ਜੀ ਲਿਖੋ ਫਿਰ। ਫਸਟ ਵਰਡ ਹੈਗਾ ਕੰਪਲਿਕੇਟਿਡ ਹੈ ਨਾ। ਕੰਪਲਿਕੇਟਿਡ ਦਾ ਮਤਲਬ ਗੁੰਝਲਦਾਰ ਹੈ ਨਾ। ਗੁੰਝਲਦਾਰ ਮੀਨਸ ਜਿਹੜੀ ਸਮੱਸਿਆ ਉਹ ਜਲਦੀ ਨਾ ਸੁਲਝੇ ਹੈ ਨਾ, ਆਪਾਂ ਕਹਿ ਦਿੰਦੇ ਉਹਨੂੰ ਵੀ ਇਹ ਬੜੀ ਗੁੰਝਲਦਾਰ ਸਮੱਸਿਆ ਆ। ਠੀਕ ਹੈ। ਨੈਕਸਟ ਆ ਗਿਆ ਡਾਇਗਨੋਜ਼ ਨੂੰ ਆਪਾਂ ਕਹਿ ਦਿੰਦੇ ਨਿਦਾਨ ਕਰਨਾ, ਜਾਂ ਜਿਸ ਤਰ੍ਹਾਂ ਡਾਕਟਰ ਜਦੋਂ ਕਿਸੇ ਡਿਜ਼ੀਜ਼ ਦਾ ਇਲਾਜ ਕਰਦੇ ਆ ਹੈ ਨਾ, ਆਪਾਂ ਕਹਿ ਦਿੰਦੇ ਕਿ ਡਾਕਟਰ ਉਹਦਾ ਡਾਇਗਨੋਜ਼ ਕਰ ਰਹੇ ਆ, ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਕਿਸੇ ਬਿਮਾਰੀ ਨੂੰ ਹੈ ਨਾ, ਉਹਨੂੰ ਡਾਇਗਨੋਜ਼ ਕਹਿ ਦਿੰਦੇ ਆ ਹੈ ਨਾ। ਟ੍ਰੀਟਮੈਂਟ ਦਿੰਦੇ ਜਦੋਂ ਉਹ ਠੀਕ ਕਰਨ ਦੇ ਲਈ। ਠੀਕ ਹੈ। ਅੱਗੇ ਆ ਗਿਆ ਸਰਜਰੀ ਦਾ ਮਤਲਬ ਕੀ ਹੁੰਦਾ, ਜਦੋਂ ਆਪਰੇਟ ਕਰਦੇ ਡਾਕਟਰ ਆਪਰੇਸ਼ਨ ਕਰਦੇ ਹੈ ਨਾ, ਚੀਰ ਫਾੜ ਕਰਦੇ ਆ ਆਪਣੇ ਇੰਸਟਰੂਮੈਂਟਸ ਦੇ ਨਾਲ, ਉਹਨੂੰ ਆਪਾਂ ਕਹਿ ਦਿੰਦੇ ਵੀ ਡਾਕਟਰ ਸਰਜਰੀ ਕਰ ਰਿਹਾ ਹੈ ਨਾ। ਅੱਗੇ ਅਟੈਂਸ਼ਨ ਦਾ ਮਤਲਬ ਧਿਆਨ ਦੇਣਾ। ਸਟਰਗਲ ਸੰਘਰਸ਼। ਡਿਸਕਸ ਵਿਚਾਰ ਕਰਨਾ ਹੈ ਨਾ, ਡਿਸਕਸ਼ਨ ਵੀ ਹੁੰਦੀ ਹੈ ਨਾ, ਡਿਸਕਸ ਵਿਚਾਰ ਕਰਨਾ। ਠੀਕ ਹੈ। ਚਲੋ ਹੁਣ ਸਮਝ ਆ ਗਿਆ ਨਾ ਇਹਨਾਂ ਦਾ ਮੀਨਿੰਗ ਕੀ ਹੈ। ਹਾਂਜੀ, ਹੁਣ ਜਿਹੜਾ ਇਹ ਚੈਪਟਰ ਆ ਇਹ ਇੱਕ ਪਲੇ ਆ। ਠੀਕ ਹੈ। ਪਲੇ ਜਿਹੜਾ ਹੁੰਦਾ ਇਹਦੇ 'ਚ ਅਲੱਗ-ਅਲੱਗ ਕੈਰੈਕਟਰਸ ਹੁੰਦੇ ਆ ਹੈ ਨਾ, ਉਹਨਾਂ ਦੇ ਅੱਗੇ ਉਹਨਾਂ ਦੇ ਡਾਇਲੋਗਸ ਹੁੰਦੇ ਆ ਜਿਹੜੇ ਅਲੱਗ-ਅਲੱਗ ਕੈਰੈਕਟਰ ਦੇ ਦੁਆਰਾ ਬੋਲੇ ਜਾਂਦੇ ਆ। ਠੀਕ ਹੈ। ਇਹਨਾਂ ਨੂੰ ਸਟੇਜ ਦੇ ਉੱਤੇ ਵੀ ਪਰਫੋਰਮ ਕੀਤਾ ਜਾਂਦਾ ਆ। ਠੀਕ ਹੈ। ਕਈ ਵਾਰੀ ਆਪਾਂ ਬੱਚੇ ਤੋਂ ਸਕੂਲ ਦੇ ਵਿੱਚ ਸਟੇਜ ਦੇ ਉੱਪਰ ਨਹੀਂ ਕਰਦੇ ਹੁੰਦੇ, ਅਲੱਗ-ਅਲੱਗ ਉਹ ਕੈਰੈਕਟਰ ਦਾ ਰੋਲ ਪਲੇ ਕਰਦੇ ਆ, ਉਹਨਾਂ ਦੇ ਅਲੱਗ-ਅਲੱਗ ਡਾਇਲੋਗਸ ਹੁੰਦੇ ਆ ਹੈ ਨਾ, ਇੱਕ ਅਲੱਗ ਟਾਈਮ ਸ਼ੋਅ ਕੀਤਾ ਹੁੰਦਾ ਹੈ ਨਾ। ਇਸ ਤਰੀਕੇ ਨਾਲ ਇਹਨਾਂ ਨੂੰ ਸਟੇਜ 'ਤੇ ਵੀ ਪਰਫੋਰਮ ਕੀਤਾ ਜਾਂਦਾ। ਠੀਕ ਹੈ। ਹੁਣ ਜਿਹੜੀ ਆਪਾਂ ਇਹ ਸਟੋਰੀ ਮੀਨਸ ਇੱਕ ਪਲੇ ਹੈਗਾ। ਠੀਕ ਹੈ। ਇਹ 'ਚ ਅਲੱਗ-ਅਲੱਗ ਕੈਰੈਕਟਰਸ ਆ, ਆਪਾਂ ਦੇਖਦੇ ਹਾਂ, ਇਹ ਰੀਡਿੰਗ ਕਰਦੇ ਹਾਂ ਇਹਦੀ। ਲੈਟ ਅਸ ਰੀਡ ਦ ਪਲੇ। ਸੀਨ 1 ਇਹਦੇ 'ਚ ਮਤਲਬ ਟੋਟਲ ਇਹਦੇ ਵਿੱਚ 3 ਸੀਨਸ ਦਿੱਤੇ ਹੋਏ ਆਪਾਂ ਨੂੰ, ਅਲੱਗ-ਅਲੱਗ ਟਾਈਮ ਦੇ 3 ਸੀਨ ਦਿਖਾਏ ਹੋਏ ਆ। ਠੀਕ ਹੈ। ਜਿਹੜਾ ਹੁਣ ਫਸਟ ਸੀਨ ਆ ਉਹ ਕਦੋਂ ਦਾ ਆ ਉਹਨਾਂ ਨੇ ਦਿਖਾਇਆ, ਆਪਾਂ ਪਹਿਲਾਂ ਉਹ ਦੇਖਦੇ ਹਾਂ। ਹਾਂਜੀ, ਟਾਈਮ ਆਫਟਰਨੂਨ। ਜਿਹੜਾ ਇਸ ਸੀਨ ਦੇ ਵਿੱਚ ਟਾਈਮ ਦਿਖਾਇਆ ਗਿਆ ਵੀ ਕਦੋਂ ਦਾ, ਉਹ ਦੁਪਹਿਰ ਤੋਂ ਬਾਅਦ ਦਾ ਟਾਈਮ ਦਿਖਾਇਆ ਗਿਆ। ਠੀਕ ਹੈ। ਲੋਕੇਸ਼ਨ ਵੀ ਕਿੱਥੇ ਦਿਖਾਈ ਗਈ ਆ, ਇਹ ਲੋਕੇਸ਼ਨ ਦਾ ਮਤਲਬ ਕਿਹੜੇ ਏਰੀਆ ਦੇ ਵਿੱਚ ਦਿਖਾਇਆ ਗਿਆ ਇਹ ਸੀਨ ਹੈ ਨਾ। ਇਹ ਦਿਖਾਇਆ ਗਿਆ ਬਲੈਕਪੂਲ, ਅ ਸਮਾਲ ਟਾਊਨ ਇਨ ਇੰਗਲੈਂਡ। ਠੀਕ ਹੈ। ਬਲੈਕਪੂਲ ਉੱਥੇ ਟਾਊਨ ਦਾ ਨਾਮ ਆ, ਕਸਬੇ ਦਾ ਨਾਮ ਆ, ਤੇ ਕਿੱਥੇ ਆ ਇਹ ਇੰਗਲੈਂਡ 'ਚ ਆ। ਠੀਕ ਹੈ। ਉਹ ਜਗ੍ਹਾ ਦਿਖਾਈ ਗਈ ਹੈ ਇੱਥੇ। ਤੇ ਕੈਰੈਕਟਰਸ
ਅ ਬੋਏ, ਉਹਦਾ ਨੇਮ ਹੈਗਾ ਹੌਵਰਡ ਕੈਲੀ, ਠੀਕ ਹੈ। ਤੇ ਇੱਕ ਲੇਡੀ ਆ, ਅ ਲੇਡੀ, ਉਹਦਾ ਨਾਮ ਕੀ ਆ, ਅਨੀਤਾ, ਠੀਕ ਹੈ। ਦੋ ਜਣੇ ਆ ਇਹਦੇ 'ਚ, ਫਸਟ ਸੀਨ ਦੇ ਵਿੱਚ ਦੋ ਕਰੈਕਟਰ ਹੈ, ਇੱਕ ਬੋਏ ਦਾ ਇੱਕ ਲੇਡੀ ਦਾ, ਠੀਕ ਹੈ। ਤੇ ਉਹ ਨਾਮ ਹੈ ਉਹਨਾਂ ਦੇ ਹੌਵਰਡ ਕੈਲੀ ਤੇ ਅਨੀਤਾ। ਕਲੀਅਰ ਹੋ ਗਿਆ? ਫਸਟ ਸੀਨ ਦੀ ਸਾਰੀ ਸਿਚੁਏਸ਼ਨ ਕਲੀਅਰ ਹੋ ਗਈ ਕਿਸ ਤਰ੍ਹਾਂ ਦੀ ਆ। ਹੁਣ ਦੇਖਦੇ ਆਪਾਂ ਅੱਗੇ ਸੀਨ। ਹਾਂਜੀ, ਅ ਸਮॉल ਐਂਡ ਅ ਨੈਰੋ ਸਟਰੀਟ, ਆਫਟਰਨੂਨ ਟਾਈਮ, ਅ ਸਮॉल ਬੋਏ ਸੈਲਿੰਗ ਥਿੰਗਸ ਫਰੋਮ ਡੋਰ ਟੂ ਡੋਰ। ਹਾਂਜੀ, ਕਹਿੰਦਾ ਇੱਕ ਛੋਟਾ ਜਿਹਾ ਤੇ ਇੱਕ ਤੰਗ ਜਿਹੀ ਗਲੀ ਆ, ਠੀਕ ਹੈ। ਤੇ ਦੁਪਹਿਰ ਤੋਂ ਬਾਅਦ ਦਾ ਟਾਈਮ ਆ ਤੇ ਇੱਕ ਛੋਟਾ ਲੜਕਾ ਡੋਰ ਟੂ ਡੋਰ ਮਤਲਬ ਇੱਕ ਤੋਂ ਦੂਜੇ ਹੈ ਨਾ ਘਰ ਚੀਜ਼ਾਂ ਵੇਚ ਰਿਹਾ ਆ, ਠੀਕ ਹੈ। ਬੋਏ ਟੂ ਹਿਮਸੈਲਫ, ਹੁਣ ਉਹ ਲੜਕਾ ਆਪਣੇ ਆਪ ਨੂੰ ਹੀ ਕਹਿ ਰਿਹਾ, ਠੀਕ ਹੈ। ਆਈ ਮਸਟ ਸੈਲ 2 more ਬੁੱਕਸ, ਤੇ ਉਹ ਆਪਣੇ ਆਪ ਨੂੰ ਕਹਿ ਰਿਹਾ ਲੜਕਾ, ਕਹਿੰਦਾ ਮੈਨੂੰ 2 ਬੁੱਕਸ ਹੋਰ ਵੇਚਣੀਆਂ ਪੈਣਗੀਆਂ ਜ਼ਰੂਰ। ਹਾਊ ਵਿਲ ਆਈ ਗਿਵ ਮਾਈ ਸਕੂਲ ਫੀ ਇਫ ਆਈ ਡੋਂਟ ਸੈਲ ਦੀਜ਼ ਬੁੱਕਸ, ਕਹਿੰਦਾ ਜੇਕਰ ਮੈਂ ਇਹ ਬੁੱਕਸ ਸੇਲ ਨਾ ਕਰ ਸਕਿਆ, ਨਾ ਵੇਚ ਸਕਿਆ, ਤਾਂ ਫਿਰ ਮੈਂ ਕਿਵੇਂ ਆਪਣੀ ਸਕੂਲ ਦੀ ਫੀਸ ਦੇਵਾਂਗਾ, ਠੀਕ ਹੈ। ਮਤਲਬ ਉਹ ਚੀਜ਼ਾਂ ਸੇਲ ਕਰ ਰਿਹਾ ਹੁੰਦਾ ਡੋਰ ਟੂ ਡੋਰ ਜਾ ਕੇ, ਠੀਕ ਹੈ। ਤੇ ਉਹਨੇ ਆਪਣੇ ਸਕੂਲ ਦੀ ਫੀਸ ਪੇ ਕਰਨੀ ਹੁੰਦੀ ਹੈ ਨਾ। ਬਟ ਇਟ ਇਜ਼ ਅ ਹੌਟ ਆਫਟਰਨੂਨ, ਆਈ ਐਮ ਸੋ ਹੰਗਰੀ ਐਂਡ ਥਰਸਟੀ, ਤੇ ਉਹ ਕਹਿੰਦਾ ਪਰ ਬਹੁਤ ਹੀ ਜ਼ਿਆਦਾ ਗਰਮੀ ਆ ਇਸ ਟਾਈਮ 'ਤੇ, ਹੈ ਨਾ। ਦੁਪਹਿਰ ਤੋਂ ਬਾਅਦ ਦਾ ਦਿਨ ਜਿਹੜਾ ਟਾਈਮ ਆ, ਤੇ ਕਹਿੰਦਾ ਬਹੁਤ ਜ਼ਿਆਦਾ ਗਰਮੀ ਆ ਤੇ ਮੈਂ ਬਹੁਤ ਭੁੱਖਾ ਵੀ ਹਾਂ ਤੇ ਪਿਆਸਾ ਵੀ ਹਾਂ, ਹੈ ਨਾ। ਆਈ ਥਿੰਕ ਆਈ ਮਸਟ ਆਸਕ ਫॉर ਸਮ ਵਾਟਰ ਫਰੋਮ ਦਾ ਨੈਕਸਟ ਹਾਊਸ, ਹੈ ਨਾ। ਉਹ ਆਪ ਹੀ ਆਪਣੇ ਆਪ ਨੂੰ ਹੀ ਕਹਿ ਰਿਹਾ ਇਹ ਚੀਜ਼ਾਂ। ਤੇ ਉਹ ਕਹਿੰਦਾ ਮੈਨੂੰ ਲੱਗਦਾ ਕਿ ਵੀ ਮੈਨੂੰ ਹੁਣ ਅਗਲੇ ਘਰ 'ਚ ਜਦੋਂ ਮੈਂ ਜਾਊਂਗਾ ਚੀਜ਼ਾਂ ਵੇਚਣ ਦੇ ਲਈ, ਤਾਂ ਸਭ ਤੋਂ ਪਹਿਲਾਂ ਮੈਨੂੰ ਉੱਥੇ ਜਾ ਕੇ ਪਾਣੀ ਹੀ ਮੰਗਣਾ ਚਾਹੀਦਾ ਹੈ ਨਾ, ਵੀ ਮੈਨੂੰ ਬਹੁਤ ਪਿਆਸ ਲੱਗੀ ਆ, ਮੈਂ ਉੱਥੇ ਜਾ ਕੇ ਪਾਣੀ ਪੀਵਾਂ ਪਹਿਲਾਂ ਸਭ ਤੋਂ, ਠੀਕ ਹੈ। ਚਲੋ ਦੇਖਦੇ ਹਾਂ ਅੱਗੇ। The boy rings the bell, a lady opens the door, ਹੁਣ ਉੱਥੇ ਆ ਕੇ ਬਾਹਰ ਗੇਟ 'ਤੇ ਹੈ ਨਾ ਖੜਾ ਹੋ ਕੇ ਬੈਲ ਵਜਾਉਂਦਾ ਉਹ ਲੜਕਾ, ਤੇ ਗੇਟ ਖੋਲ੍ਹਦੀ ਇੱਕ ਲੇਡੀ, ਇੱਕ ਔਰਤ ਆ ਕੇ ਦਰਵਾਜ਼ਾ ਖੋਲ੍ਹ ਦਿੰਦੀ ਆ। ਬੋਏ ਟਾਇਰਡ ਐਂਡ ਹੰਗਰੀ, ਹੁਣ ਜਿਹੜਾ ਲੜਕਾ ਹੁੰਦਾ ਉਹ ਕਿਸ ਤਰ੍ਹਾਂ ਦਾ ਹੁੰਦਾ, ਟਾਇਰਡ ਮੀਨਸ ਥੱਕਿਆ ਹੋਇਆ ਹੁੰਦਾ ਹੈ ਨਾ, ਤੇ ਹੰਗਰੀ ਭੁੱਖਾ ਵੀ ਹੁੰਦਾ, ਠੀਕ ਹੈ। ਗੁੱਡ ਆਫਟਰਨੂਨ ਮੈਮ, ਤੇ ਉਹਨੂੰ ਆ ਕੇ ਕੀ ਕਹਿੰਦਾ ਕਿ ਮੈਮ ਗੁੱਡ ਆਫਟਰਨੂਨ, ਤੇ ਲੇਡੀ ਵੀ ਪੋਲਾਈਟਲੀ ਮਤਲਬ ਨਿਮਰਤਾ ਦੇ ਨਾਲ ਉਹਨੂੰ ਜਵਾਬ ਦੇ ਦਿੰਦੀ ਆ, ਕਹਿੰਦੀ ਗੁੱਡ ਆਫਟਰਨੂਨ, ਡੂ ਯੂ ਵਾਂਟ ਸਮਥਿੰਗ, ਹੈ ਨਾ। ਉਹਨੂੰ ਪੁੱਛਦੀ ਆ, ਕਹਿੰਦੀ ਕੀ ਤੈਨੂੰ ਕੁਛ ਚਾਹੀਦਾ। ਫਿਰ ਬੋਏ ਮਾਈ ਨੇਮ ਇਜ਼ ਹੌਵਰਡ ਕੈਲੀ, ਆਈ ਐਮ ਸੈਲਿੰਗ ਦੀਜ਼ ਬੁੱਕਸ, ਠੀਕ ਹੈ। ਉਹ ਕਹਿੰਦਾ ਮੈਂ ਹਾਵਰਡ ਕੈਲੀ ਮੇਰਾ ਨਾਂ ਆ, ਤੇ ਮੈਂ ਇਹਨਾਂ ਨੂੰ ਬੁੱਕਸ ਨੂੰ ਸੇਲ ਕਰ ਰਿਹਾ, ਠੀਕ ਹੈ। ਮੈਂ ਇਹ ਬੁੱਕਸ ਵੇਚ ਰਿਹਾ ਆ। ਵਿਲ ਯੂ ਬਾਈ ਵਨ ਆਫ ਮਾਈ ਬੁੱਕਸ, ਕਹਿੰਦਾ ਕੀ ਤੁਸੀਂ ਮੇਰੇ ਤੋਂ ਇੱਕ ਕਿਤਾਬ ਖਰੀਦੋਗੇ। ਆਹ ਦੇਖੋ ਹੁਣ ਆਹ ਪਿਕਚਰ 'ਚ ਵੀ ਦੇਖ ਲਓ, ਆਹ ਛੋਟਾ ਜਿਹਾ ਬੋਏ ਖੜਾ ਹੈ ਨਾ, ਉਹ ਸਾਹਮਣੇ ਲੇਡੀ ਖੜੀ ਆ, ਇਹ ਉਹਦੇ ਘਰ ਆਇਆ ਆਪਣੀਆਂ ਬੁੱਕਸ ਸੇਲ ਕਰਨ ਦੇ ਲਈ ਆਇਆ, ਕਿਉਂਕਿ ਇਹਨੇ ਕੀ ਕਰਨਾ ਹੁੰਦਾ, ਆਪਣੇ ਸਕੂਲ ਦੀ ਫੀਸ ਪੇ ਕਰਨੀ ਹੁੰਦੀ ਆ, ਹੈ ਨਾ। ਇਸ ਲਈ ਇਹ ਦੁਪਹਿਰੇ ਗਰਮੀ ਦੇ ਵਿੱਚ ਡੋਰ ਟੂ ਡੋਰ ਵੇਚ ਰਿਹਾ ਹੁੰਦਾ ਬੁੱਕਸ, ਹੈ ਨਾ। ਚਲੋ ਦੇਖਦੇ ਹਾਂ ਕਿ ਲੇਡੀ ਯੂ ਆਰ ਵੈਰੀ ਸਮॉल, ਫਿਰ ਉਹ ਔਰਤ ਉਹਨੂੰ ਕਹਿੰਦੀ ਤੂੰ ਤਾਂ ਬਹੁਤ ਛੋਟਾ ਆ। ਯੂ ਸ਼ੁੱਡ ਬੀ ਇਨ ਸਕੂਲ ਐਂਡ ਨੋਟ ਸੈਲਿੰਗ ਥਿੰਗਸ, ਕਹਿੰਦੇ ਤੈਨੂੰ ਤਾਂ ਸਕੂਲ 'ਚ ਹੋਣਾ ਚਾਹੀਦਾ, ਚੀਜ਼ਾਂ ਥੋੜ੍ਹੀ ਵੇਚਣੀਆਂ ਚਾਹੀਦੀਆਂ ਤੈਨੂੰ, ਤੂੰ ਤਾਂ ਛੋਟਾ ਹੈ ਹਜੇ, ਹੈ ਨਾ। ਫਿਰ ਬੋਏ ਕੀ ਕਹਿੰਦਾ ਯੈਸ ਮੈਮ ਆਈ ਨੀਡ ਟੂ ਪੇ ਫॉर ਮਾਈ ਫੀ, ਠੀਕ ਹੈ। ਕਹਿੰਦਾ ਹਾਂ ਮੈਮ ਇਹ ਤਾਂ ਗੱਲ ਠੀਕ ਆ, ਕਹਿੰਦਾ ਪਰ ਮੈਨੂੰ ਆਪਣੀ ਸਕੂਲ ਦੀ ਫੀਸ ਦੇਣ ਦੇ ਲਈ ਪੈਸੇ ਦੀ ਜ਼ਰੂਰਤ ਆ, ਠੀਕ ਹੈ, ਵੀ ਮੈਂ ਆਪਣੀ ਫੀਸ ਦੇਣੀ ਆ। ਫॉर ਦਿਸ ਰੀਜ਼ਨ ਆਈ ਗੋ ਡੋਰ ਟੂ ਡੋਰ ਸੈਲਿੰਗ ਬੁੱਕਸ, ਕਹਿੰਦਾ ਤੇ ਇਹੀ ਕਾਰਨ ਆ ਤੇ ਮੈਂ ਇੱਕ ਤੋਂ ਦੂਜੇ ਘਰ, ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ, ਹੈ ਨਾ, ਜਾ ਕੇ ਬੁੱਕਸ ਵੇਚ ਰਿਹਾ ਆ, ਕਿਤਾਬਾਂ ਵੇਚ ਰਿਹਾ ਆ। ਐਂਡ ਹੈਜ਼ੀਟੇਟਿੰਗਲੀ ਕੈਨ ਆਈ ਗੈਟ ਸਮ ਵਾਟਰ ਪਲੀਜ਼, ਆਈ ਐਮ ਵੈਰੀ ਥਰਸਟੀ, ਤੇ ਫਿਰ ਉਹ ਝਿਜਕਦੇ ਹੋਏ ਪੁੱਛਦਾ, ਕਹਿੰਦਾ ਕਿਰਪਾ ਕਰਕੇ ਮੈਂ ਪਾਣੀ ਲੈ ਸਕਦਾ ਆ, ਹੈ ਨਾ, ਵੀ ਮੈਨੂੰ ਪਾਣੀ ਮਿਲ ਸਕਦਾ ਆ। ਆਈ ਐਮ ਵੈਰੀ ਥਰਸਟੀ, ਕਹਿੰਦਾ ਮੈਨੂੰ ਬੜੀ ਪਿਆਸ ਲੱਗੀ ਆ। ਦ ਲੇਡੀ ਲੁਕਸ ਐਟ ਹਿਮ ਐਂਡ ਸੇਵਸ, ਤੇ ਉਹ ਔਰਤ ਉਹਦੇ ਵੱਲ ਦੇਖਦੀ ਆ ਤੇ ਫਿਰ ਕਹਿੰਦੀ ਆ, ਲੇਡੀ ਕਹਿੰਦੀ ਆ ਸ਼ਿਓਰ ਜਸਟ ਅ ਫਿਊ ਮਿਨਟਸ ਚਾਈਲਡ, ਤੇ ਉਹ ਕਹਿੰਦੀ ਹਾਂ ਜ਼ਰੂਰ ਵੀ ਤੈਨੂੰ ਮਿਲੂਗਾ ਪਾਣੀ, ਥੋੜ੍ਹੀ ਜਿਹੀ ਵੇਟ ਕਰ ਬੱਚੇ। ਗੋਜ਼ ਇਨਸਾਈਡ ਐਂਡ ਕਮਸ ਬੈਕ ਵਿਦ ਅ ਗਲਾਸ, ਫਿਰ ਉਹ ਅੰਦਰ ਜਾਂਦੀ ਆ
ਤੇ ਵਾਪਸ ਆਉਂਦੀ ਆ ਇੱਕ ਗਲਾਸ ਨਾਲ, ਹੈ ਨਾ, ਗਲਾਸ ਲੈ ਕੇ ਵਾਪਸ ਆਉਂਦੀ ਆ। ਹੀਅਰ ਯੂ ਆਰ, ਹੀਅਰ ਸਮ ਮਿਲਕ, ਠੀਕ ਹੈ। ਫਿਰ ਉਹ ਆ ਕੇ ਕਹਿੰਦੀ ਆ ਲੈ ਫੜ, ਆਪ ਥੋੜ੍ਹਾ ਜਿਹਾ ਦੁੱਧ ਆ, ਠੀਕ ਹੈ। ਯੂ ਆਰ ਸੋ ਵੀਕ, ਕਹਿੰਦੀ ਤੂੰ ਬਹੁਤ ਕਮਜ਼ੋਰ ਹੋ ਗਿਆ। ਇਟ ਅਪੀਅਰਸ ਯੂ ਹੈਵਨਟ ਈਟਨ ਫॉर ਡੇਜ਼, ਤੇ ਕਹਿੰਦੀ ਇਸ ਤਰ੍ਹਾਂ ਜਾਪਦਾ ਜਾਂ ਇਸ ਤਰ੍ਹਾਂ ਲੱਗਦਾ, ਅਪੀਅਰਸ ਮੀਨ ਜਾਪਣਾ, ਹੈ ਨਾ, ਵੀ ਤੂੰ ਕਾਫੀ ਦਿਨਾਂ ਤੋਂ ਕੁਛ ਨਹੀਂ ਖਾਧਾ। ਬੋਏ ਟੇਕਿੰਗ ਦ ਗਲਾਸ ਫਰੋਮ ਦ ਲੇਡੀ ਐਂਡ ਡਰਿੰਕਿੰਗ ਇਟ, ਤੇ ਲੜਕਾ ਉਹਦੇ ਤੋਂ ਗਲਾਸ ਫੜ ਲੈਂਦਾ ਉਸ ਔਰਤ ਤੋਂ ਤੇ ਉਹ ਪੀ ਲੈਂਦਾ। ਥੈਂਕ ਯੂ ਸੋ ਮੱਚ ਮੈਮ, ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ। ਯੂ ਆਰ ਵੈਰੀ ਕਾਇੰਡ, ਕਹਿੰਦਾ ਤੁਸੀਂ ਬਹੁਤ ਦਿਆਲੂ ਹੋ। ਹਾਊ ਮਚ ਡੂ ਆਈ ਓ ਯੂ ਫॉर ਦ ਮਿਲਕ, ਤੇ ਕਹਿੰਦਾ ਮੈਨੂੰ ਕਿੰਨੇ ਪੈਸੇ ਤੁਹਾਨੂੰ ਦੇਣੇ ਪੈਣਗੇ ਹੁਣ, ਹੈ ਨਾ, ਇਸ ਦੇ ਦੁੱਧ ਦੇ ਬਦਲੇ ਮੈਂ ਤੁਹਾਨੂੰ ਕਿੰਨੇ ਪੈਸੇ ਦੇਵਾਂ। ਹਾਂਜੀ, ਆਹ ਪਿਕਚਰ 'ਚ ਵੀ ਦੇਖ ਲਓ, ਉਹਨੇ ਗਲਾਸ ਦਿੱਤਾ ਨਾ, ਮਿਲਕ ਦਾ ਗਲਾਸ ਉਹਨੂੰ, ਬੱਚੇ ਨੂੰ, ਤੇ ਉਹ ਪੀ ਰਿਹਾ ਖੁਸ਼ ਹੋ ਕੇ ਉਹਨੂੰ, ਹੈ ਨਾ। ਲੇਡੀ ਸਪੀਕਿੰਗ ਵਾਰਮਲੀ ਨਥਿੰਗ, ਫਿਰ ਉਹ ਜਿਹੜੀ ਔਰਤ ਹੁੰਦੀ ਆ ਉਹ ਬੜੇ ਮਤਲਬ ਪਿਆਰ ਦੇ ਨਾਲ, ਨਿੱਘੇ ਜਿਹੇ ਦੇ ਨਾਲ ਉਹਨੂੰ ਬੋਲਦੀ ਆ, ਉਹਦੇ ਨਾਲ ਗੱਲ ਕਰਦੀ ਆ। ਕਹਿੰਦੀ ਨਥਿੰਗ, ਯੂ ਓ ਮੀ ਨਥਿੰਗ, ਕਹਿੰਦੀ ਕੁਛ ਨਹੀਂ, ਤੂੰ ਮੈਨੂੰ ਕੁਛ ਨਹੀਂ ਦੇਣਾ। ਮਾਈ ਮਦਰ ਹੈਜ਼ ਟੌਟ ਮੀ ਨੋਟ ਟੂ ਐਕਸੈਪਟ ਪੇਮੈਂਟ ਫॉर ਅ ਡੀਡ ਆਫ ਕਾਈਂਡਨੈਸ, ਤੇ ਉਹਨੂੰ ਕਹਿੰਦੀ ਮੇਰੀ ਮਾਤਾ ਨੇ ਮੈਨੂੰ ਸਿਖਾਇਆ ਆ ਕਿ ਜੇ ਤੁਸੀਂ ਕਿਸੇ ਦੇ ਲਈ ਕੋਈ ਦਿਆਲੂਤਾ ਦਾ ਕੋਈ ਕੰਮ ਕਰਦੇ ਆ ਤਾਂ ਉਹਦੇ ਬਦਲੇ ਕਦੀ ਵੀ ਪੈਸੇ ਸਵੀਕਾਰ ਨਹੀਂ ਕਰਨੇ, ਠੀਕ ਹੈ। ਐਕਸੈਪਟ ਦਾ ਮਤਲਬ ਸਵੀਕਾਰ ਕਰਨਾ, ਵੀ ਨਹੀਂ ਲੈਣੇ ਪੈਸੇ। ਐਂਡ ਲੈਟ ਮੀ ਬਾਏ ਅ ਬੁੱਕ ਫਰੋਮ ਯੂ, ਤੇ ਕਹਿੰਦੀ ਮੈਨੂੰ ਤੂੰ ਇੱਕ ਬੁੱਕ ਵੀ ਦੇ ਦੇ, ਹੈ ਨਾ, ਉਹ ਵੀ ਮੈਂ ਖਰੀਦਣੀ ਹੈ ਇੱਕ ਬੁੱਕ। ਹਾਊ ਮੱਚ ਡਜ਼ ਦ ਬੁੱਕ ਕੋਸਟ, ਤੇ ਕਹਿੰਦੀ ਇਹ ਦੱਸ ਦੇ ਮੈਨੂੰ ਵੀ ਇੱਕ ਬੁੱਕ ਕਿੰਨੇ ਦੀ ਆ, ਹੈ ਨਾ, ਮੈਂ ਤੈਨੂੰ ਕਿੰਨੇ ਪੈਸੇ ਦੇਵਾਂ ਇਹਦੇ। ਬੋਏ ਸਮਾਈਲਿੰਗਲੀ, ਹੁਣ ਬੱਚਾ ਖੁਸ਼ ਹੋ ਜਾਂਦਾ ਉਹ, ਹੈ ਨਾ, ਲੜਕਾ। ਥੈਂਕ ਯੂ ਮੈਮ, ਆਈ ਵਿਲ ਆਲਵੇਜ਼ ਰਿਮੈਂਬਰ ਦਿਸ, ਕਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ, ਤੇ ਮੈਂ ਤੁਹਾਨੂੰ ਹਮੇਸ਼ਾ ਯਾਦ ਰੱਖਾਂਗਾ। ਦ ਬੁੱਕ ਇਜ਼ ਫॉर 4 pounds and 70 pence, ਤੇ ਕਹਿੰਦਾ ਇਹ ਬੁੱਕ 4 ਪਾਉਂਡ ਤੇ 70 ਪੈਂਸ ਦੀ ਆ। ਹੁਣ ਪਾਉਂਡ ਕੀ ਹੁੰਦਾ, ਕਿਉਂਕਿ ਇਹ ਸੀਨ ਇੰਗਲੈਂਡ ਦਾ ਹੈ ਨਾ, ਇੰਗਲੈਂਡ ਦਾ ਮਤਲਬ ਇੱਕ ਕਸਬੇ ਦਾ ਇੱਕ ਸੀਨ ਦਿਖਾਇਆ ਗਿਆ ਇਹਦੇ 'ਚ, ਤੇ ਉੱਥੇ ਕਰੰਸੀ ਜਿਹੜੀ ਜਿਸ ਤਰ੍ਹਾਂ ਆਪਣੇ ਇੰਡੀਆ ਦੇ ਵਿੱਚ ਰੁਪੀਜ਼ ਚੱਲਦੇ ਆ ਨਾ, ਉੱਥੇ ਕਿਹੜੀ ਕਰੰਸੀ ਚੱਲਦੀ ਆ, ਪਾਉਂਡ ਚੱਲਦੀ ਆ, ਹੈ ਨਾ। ਤੇ ਉਹ ਕਹਿੰਦਾ ਇਹ 4 ਪਾਉਂਡ ਤੇ 70 ਪੈਂਸ ਦੀ ਹੈਗੀ ਆ ਬੁੱਕ। ਦ ਲੇਡੀ ਟੇਕਸ ਦ ਬੁੱਕ ਐਂਡ ਹੈਂਡਸ ਓਵਰ 5 pounds ਟੂ ਦ ਬੋਏ ਐਂਡ ਟੈਲਸ ਹਿਮ ਟੂ ਕੀਪ ਦ ਚੇਂਜ, ਤੇ ਉਸ ਤੋਂ ਬਾਅਦ ਔਰਤ ਉਹਦੇ ਤੋਂ ਬੁੱਕ ਲੈ ਲੈਂਦੀ ਆ, ਹੈ ਨਾ, ਕਿਤਾਬ ਲੈ ਲੈਂਦੀ ਆ, ਤੇ ਉਹਨੂੰ 5 ਪਾਉਂਡ ਦੇ ਦਿੰਦੀ ਆ ਲੜਕੇ ਨੂੰ, ਤੇ ਉਹਨੂੰ ਕਹਿੰਦੀ ਜਿਹੜੇ ਬਾਕੀ ਦੇ ਬਚੇ, ਹੈ ਨਾ, ਪੈਸੇ ਵੀ ਤੂੰ ਰੱਖ ਲਈ। ਦ ਬੋਏ ਸਮਾਈਲਸ ਐਂਡ ਲੀਵਸ ਦ ਹਾਊਸ, ਬੱਚਾ ਖੁਸ਼ ਹੋ ਜਾਂਦਾ ਤੇ ਉਹ ਫਿਰ ਉੱਥੋਂ ਚਲਿਆ ਜਾਂਦਾ। ਹੀ ਇਜ਼ ਹੈਪੀ ਐਂਡ ਫੀਲਸ ਸਟਰੋਂਗਰ, ਹੁਣ ਉਹ ਖੁਸ਼ ਹੋ ਗਿਆ ਹੁੰਦਾ। ਸਟਰੋਂਗਰ ਦਾ ਮਤਲਬ ਵੈਸੇ ਤਾਕਤਵਰ ਹੁੰਦਾ, ਹੈ ਨਾ, ਤੇ ਹੁਣ ਉਹ ਆਪਣੇ ਆਪ ਨੂੰ ਤਾਕਤਵਰ ਵੀ ਮਹਿਸੂਸ ਕਰ ਰਿਹਾ ਹੁੰਦਾ। ਹੁਣ ਇਹ ਸੀ ਫਸਟ ਸੀਨ, ਹੈ ਨਾ, ਇਹ ਵਾਲਾ ਸੀਨ ਆਪਾਂ ਹੁਣ ਜਿਹੜਾ ਦੇਖਿਆ ਇਹ ਫਸਟ ਸੀਨ ਸੀ। ਹੁਣ ਇਸ ਤੋਂ ਬਾਅਦ ਸੈਕਿੰਡ ਸੀਨ ਸ਼ੁਰੂ ਹੋ ਜਾਣਾ, ਠੀਕ ਹੈ, ਇਹ ਦੇਖਦੇ ਹਾਂ ਆਪਾਂ। ਸੀਨ 2 ਮੈਨੀ ਈਅਰਸ ਲੇਟਰ, ਹਾਂਜੀ, ਹੁਣ ਬਹੁਤ ਸਾਲਾਂ ਤੋਂ ਬਾਅਦ ਦਾ ਇਹ ਦੂਜਾ ਸੀਨ ਦਿਖਾਇਆ ਗਿਆ ਇੱਥੇ, ਹੈ ਨਾ, ਕਾਫੀ ਸਾਲਾਂ ਤੋਂ ਬਾਅਦ। ਇਹਦਾ ਟਾਈਮ ਕੀ ਚੱਲ ਰਿਹਾ, ਮੋਰਨਿੰਗ, ਮਤਲਬ ਇਹ ਸਮਾਂ ਜਿਹੜਾ ਦਿਖਾ ਰਿਹਾ ਉਹ ਇਹ ਸਵੇਰ ਦਾ ਟਾਈਮ ਆ। ਲੋਕੇਸ਼ਨ ਹੈਗੀ ਆ ਇਹ ਅ ਬਿਗ ਸਿਟੀ ਹੌਸਪੀਟਲ, ਤੇ ਇਹਦੀ ਲੋਕੇਸ਼ਨ ਕਿੱਥੇ ਆ, ਇੱਕ ਬਹੁਤ ਵੱਡਾ ਸ਼ਹਿਰ ਦੇ ਵਿੱਚ ਹੌਸਪੀਟਲ ਆ, ਉਹਦੀ ਲੋਕੇਸ਼ਨ ਹੈ। ਤੇ ਕਰੈਕਟਰਸ ਵਿੱਚ ਕਿਹੜੇ ਕਿਹੜੇ ਆ, ਡਾਕਟਰ ਪੀਟਰ ਬਰਾਊਨ ਤੇ ਡਾਕਟਰ ਹੋਵਰਡ ਕੈਲੀ, ਠੀਕ ਹੈ। ਇਹ 'ਚ ਵੀ 2 ਕੈਰੈਕਟਰ ਆ, ਹੈ ਨਾ, ਇੱਕ ਤਾਂ ਡਾਕਟਰ ਪੀਟਰ ਆ, ਉਹਦਾ ਨਾਮ ਡਾਕਟਰ ਪੀਟਰ ਬਰਾਊਨ ਆ, ਤੇ ਦੂਸਰੇ ਦਾ ਨਾਮ ਹੈਗਾ ਡਾਕਟਰ ਹੋਵਰਡ ਕੈਲੀ, ਠੀਕ ਹੈ। ਡਾਕਟਰ ਬਰਾਊਨ ਐਂਡ ਡਾਕਟਰ ਕੈਲੀ ਆਰ ਡਿਸਕਸਿੰਗ ਅ ਕੇਸ, ਤੇ ਉਹ ਦੋਨੋਂ ਡਾਕਟਰਸ ਜਿਹੜੇ ਆ ਆਪਸ ਦੇ ਵਿੱਚ ਨਾ ਕਿਸੇ ਕੇਸ ਨਾਲ ਰਿਲੇਟਡ ਵਿਚਾਰ ਕਰ ਰਹੇ ਆ, ਹੈ ਨਾ, ਡਿਸਕਸ਼ਨ ਜਿਹੜੀ ਉਹਨਾਂ ਦੀ ਚੱਲ ਰਹੀ ਆ। ਡਾਕਟਰ ਕੈਲੀ ਇਜ਼ ਇਟ ਅ ਡਿਫੀਕਲਟ ਕੇਸ ਡਾਕਟਰ ਬਰਾਊਨ, ਤੇ ਕੈਲੀ ਜਿਹੜੇ ਹੁੰਦੇ ਨਾ ਉਹ ਦੂਸਰੇ ਡਾਕਟਰ ਨੂੰ ਪੁੱਛਦਾ, ਕਹਿੰਦਾ ਡਾਕਟਰ ਬਰਾਊਨ ਇਹ ਬਹੁਤ ਜ਼ਿਆਦਾ ਮੁਸ਼ਕਿਲ ਕੇਸ ਲੱਗ ਰਿਹਾ। ਡਾਕਟਰ ਬਰਾਊਨ ਯੈਸ ਇਟ ਇਜ਼ ਕੰਪਲੀਕੇਟਡ, ਤੇ ਡਾਕਟਰ ਬਰਾਊਨ ਕਹਿੰਦਾ ਹਾਂ ਬਹੁਤ ਹੀ ਗੁੰਝਲਦਾਰ ਆ, ਇਹ ਬਹੁਤ ਹੀ ਜ਼ਿਆਦਾ ਗੰਭੀਰ ਕੇਸ ਆ। ਵੀ ਹੈਵ ਨੋਟ ਯੈਟ ਬੀਨ ਏਬਲ ਟੂ ਡਾਇਗਨੋਜ਼ ਦਾ ਪ੍ਰੋਬਲਮ, ਤੇ ਕਹਿੰਦਾ ਹਜੇ ਤੱਕ ਅਸੀਂ ਇਹ ਸਮੱਸਿਆ ਹੀ ਨਹੀਂ ਸਮਝ ਸਕੇ, ਹੈ ਨਾ, ਵੀ ਪ੍ਰੋਬਲਮ ਕੀ ਆ, ਉਹਨੂੰ ਅਸੀਂ ਯੋਗ ਨਹੀਂ ਹੋ ਸਕੇ ਹਜੇ ਤੱਕ ਉਹਦਾ ਵੀ ਕਿਸ ਤਰ੍ਹਾਂ ਇਲਾਜ ਕਰੀਏ, ਠੀਕ ਹੈ, ਉਹਨੂੰ ਠੀਕ ਨਹੀਂ ਕਰ ਸਕੇ ਪ੍ਰੋਬਲਮ ਨੂੰ। ਡਾਕਟਰ ਕੈਲੀ
ਕਮਿੰਗ ਨੀਅਰ ਡਾਕਟਰ ਬਰਾਊਨ, ਹੂ ਇਜ਼ ਦ ਵਿਮਨ ਐਂਡ ਵੇਅਰ ਇਜ਼ ਸ਼ੀ ਫਰੋਮ। ਤੇ ਡਾਕਟਰ ਕੈਲੀ ਜਿਹੜਾ ਹੁੰਦਾ ਉਹ ਡਾਕਟਰ ਬਰਾਊਨ ਦੇ ਕੋਲ ਆਉਂਦਾ ਤੇ ਕਹਿੰਦਾ ਕਿ ਇਹ ਔਰਤ ਕੌਣ ਆ ਤੇ ਕਿੱਥੋਂ ਆਈ ਹੈ ਨਾ। ਐਂਡ ਹਾਊ ਡਿਡ ਸ਼ੀ ਬਿਕਮ ਸੋ ਇਲ, ਤੇ ਕਹਿੰਦਾ ਉਹ ਇੰਨੀ ਜ਼ਿਆਦਾ ਬਿਮਾਰ ਕਿਸ ਤਰ੍ਹਾਂ ਹੋ ਗਈ ਹੈ ਨਾ। ਉਹ ਤੋਂ ਪੁੱਛਦਾ ਡਾਕਟਰ ਕੈਲੀ ਬਰਾਊਨ ਤੋਂ ਪੁੱਛਦਾ ਡਾਕਟਰ ਬਰਾਊਨ ਤੋਂ। ਡਾਕਟਰ ਬਰਾਊਨ ਫੇਸਿੰਗ ਡਾਕਟਰ ਕੈਲੀ, ਤੇ ਡਾਕਟਰ ਬਰਾਊਨ ਉਹਦੇ ਵੱਲ ਨੂੰ ਫੇਸ ਕਰਕੇ ਉਹਦੇ ਵੱਲ ਨੂੰ ਦੇਖ ਕੇ ਗੱਲ ਕਰ ਰਿਹਾ ਹੁਣ। ਸ਼ੀ ਇਜ਼ ਫਰੋਮ ਬਲੈਕਪੂਲ, ਕਹਿੰਦਾ ਇਹ ਬਲੈਕਪੂਲ ਤੋਂ ਆ ਹੈ ਨਾ, ਉੱਥੋਂ ਬਿਲੋਂਗ ਕਰਦੇ ਆ ਇਹ। The doctors there advised her to come to this hospital as they could not understand her disease। ਤੇ ਕਹਿੰਦਾ ਉੱਥੋਂ ਦੇ ਡਾਕਟਰਸ ਨੇ ਇਹਨੂੰ ਸਲਾਹ ਦਿੱਤੀ ਸੀ ਵੀ ਤੁਸੀਂ ਇਸ ਹਸਪੀਟਲ 'ਚ ਆਓ ਆਪਣੇ ਵਾਲੇ 'ਚ, ਕਿਉਂਕਿ ਉਹ ਉਹਦੀ ਬਿਮਾਰੀ ਨੂੰ ਸਮਝ ਨਹੀਂ ਸਕੇ, ਠੀਕ ਹੈ, ਇਸ ਲਈ ਉਹਨਾਂ ਨੇ ਆਪਣੇ ਕੋਲ ਭੇਜਤਾ ਇਸ ਔਰਤ ਨੂੰ। ਇਟ ਸਟਾਰਟਡ ਵਿਦ ਫੂਡ ਪੋਇਜ਼ਨਿੰਗ ਬਟ ਗੋਟ ਕੰਪਲੀਕੇਟਡ, ਕਹਿੰਦਾ ਜਦੋਂ ਇਹ ਪ੍ਰੋਬਲਮ ਇਹਨੂੰ ਸ਼ੁਰੂ ਹੋਈ ਸੀ ਇਹ ਫੂਡ ਪੋਇਜ਼ਨਿੰਗ ਨਾ ਹੋਈ ਸੀ। ਫੂਡ ਮੀਨਸ ਭੋਜਨ ਤੇ ਪੋਇਜ਼ਨਿੰਗ ਜ਼ਹਿਰੀਲਾ, ਵੀ ਇਹਨੇ ਕੋਈ ਚੀਜ਼ ਇੱਦਾਂ ਦੀ ਖਾਧੀ ਹੋਏਗੀ ਜਿਹਦੇ ਨਾਲ ਇਹਨੂੰ ਜਿਹੜੀ ਇਹ ਪ੍ਰੋਬਲਮ ਸੀ ਫੂਡ ਪੋਇਜ਼ਨਿੰਗ ਦੀ ਉਹ ਹੋ ਗਈ ਤੇ ਹੌਲੀ ਹੌਲੀ ਇਹ ਬਹੁਤ ਜ਼ਿਆਦਾ ਵੱਧ ਗਈ, ਠੀਕ ਹੈ। ਪਰਹੈਪਸ ਹਰ ਲੀਵਰ ਹੈਜ਼ ਗੋਟ ਅਫੈਕਟਡ, ਤੇ ਕਹਿੰਦਾ ਸ਼ਾਇਦ ਇੱਦਾਂ ਵੀ ਲੱਗ ਰਿਹਾ ਵੀ ਇਹਦਾ ਜਿਹੜਾ ਲੀਵਰ ਆ ਉਹਨੂੰ ਇਹਨੇ ਬਹੁਤ ਇਸ ਬਿਮਾਰੀ ਨੇ ਪ੍ਰਭਾਵਿਤ ਕੀਤਾ ਆ, ਠੀਕ ਹੈ, ਨੁਕਸਾਨ ਪਹੁੰਚਾਇਆ ਆ। ਡਾਕਟਰ ਕੈਲੀ ਵਾਟ ਫਰੋਮ ਬਲੈਕਪੂਲ, ਤੇ ਉਹਨੇ ਜਦੋਂ ਇੱਕਦਮ ਸੁਣਿਆ ਨਾਮ ਬਲੈਕਪੂਲ ਦਾ ਕਹਿੰਦਾ ਕੀ ਬਲੈਕਪੂਲ ਤੋਂ, ਦੈਟਸ ਵੇਅਰ ਆਈ ਕਮ ਫਰੋਮ, ਕਹਿੰਦਾ ਮੈਂ ਵੀ ਤਾਂ ਉੱਥੋਂ ਹੀ ਬਿਲੋਂਗ ਕਰਦਾ, ਮੈਂ ਵੀ ਤਾਂ ਉੱਥੋਂ ਦਾ ਹੀ ਹਾਂ। ਵੇਅਰ ਇਜ਼ ਦ ਲੇਡੀ, ਕਹਿੰਦਾ ਕਿੱਥੇ ਆ ਉਹ ਔਰਤ। ਡਾਕਟਰ ਬਰਾਊਨ ਟੇਕਿੰਗ ਡਾਕਟਰ ਕੈਲੀ ਟੂ ਦ ਹਸਪੀਟਲ ਰੂਮ, ਤੇ ਫਿਰ ਡਾਕਟਰ ਬਰਾਊਨ ਉਹਨੂੰ ਦੂਸਰੇ ਡਾਕਟਰ ਕੈਲੀ ਨੂੰ ਉਸ ਹਸਪੀਟਲ ਦੇ ਰੂਮ ਦੇ ਵਿੱਚ ਲੈ ਜਾਂਦਾ। ਡਾਕਟਰ ਬਰਾਊਨ ਦੇਅਰ ਸ਼ੀ ਇਜ਼, ਕਹਿੰਦਾ ਡਾਕਟਰ ਬਰਾਊਨ ਆ ਸੀ ਉਹ। ਸ਼ੀ ਨੀਡਸ ਇਮੀਡੀਏਟ ਸਰਜਰੀ, ਕਹਿੰਦਾ ਇਹਨੂੰ ਹੁਣੇ ਸਰਜਰੀ ਦੀ ਜ਼ਰੂਰਤ ਆ, ਆਪਰੇਸ਼ਨ ਦੀ ਜ਼ਰੂਰਤ ਆ। ਆਈ ਡੋਂਟ ਥਿੰਕ ਵੀ ਕੈਨ ਡੂ ਮਚ ਇਨ ਦਿਸ ਕੇਸ ਈਵਨ ਆਫਟਰ ਸਰਜਰੀ, ਤੇ ਕਹਿੰਦਾ ਮੈਨੂੰ ਨਹੀਂ ਲੱਗਦਾ ਵੀ ਜੇ ਇਸ ਕੇਸ ਦੇ ਵਿੱਚ ਜੇ ਆਪਾਂ ਸਰਜਰੀ ਕਰ ਵੀ ਦਈਏ ਤਾਂ ਵੀ ਆਪਾਂ ਕੁਝ ਹੋਰ ਸਹੀ ਕਰ ਸਕਦੇ ਹਾਂ ਇਹਨੂੰ, ਹੈ ਨਾ, ਵੀ ਇਸ ਕੇਸ 'ਚ ਮੈਨੂੰ ਨਹੀਂ ਲੱਗਦਾ ਵੀ ਸਰਜਰੀ ਤੋਂ ਬਾਅਦ ਵੀ ਕੁਝ ਹੋ ਸਕਦਾ ਆ। ਡਾਕਟਰ ਕੈਲੀ ਪੀਪਸ ਇਨਟੂ ਦ ਰੂਮ ਐਂਡ ਸੀਜ਼ ਦ ਸਲੀਪਿੰਗ ਵੂਮਨ ਸਮਾਈਲਸ, ਹਾਂਜੀ। ਫਿਰ ਡਾਕਟਰ ਕੈਲੀ ਕੀ ਕਰਦਾ, ਉਹ ਹੌਲੀ ਜਿਹੀ ਝਾਤੀ ਮਾਰਦਾ ਕਮਰੇ 'ਚ ਤੇ ਦੇਖਦਾ ਆ ਵੀ ਉਹ ਜਿਹੜੀ ਲੇਡੀ ਹੁੰਦੀ ਹੈ ਨਾ, ਵਿਮਨ ਹੁੰਦੀ ਆ, ਉਹ ਸੌਰੀ ਹੁੰਦੀ ਆ ਤੇ ਫੇਸ 'ਤੇ ਉਹਦੀ ਸਮਾਈਲ ਹੁੰਦੀ ਆ, ਹੈ ਨਾ। ਵੀ ਮਸਟ ਡੂ ਆਰ ਬੈਸਟ ਐਂਡ ਆਈ ਵਿਲ ਡੂ ਮਾਈ ਬੈਸਟ ਟੂ ਸੇਵ ਹਰ, ਕਹਿੰਦਾ ਆਪਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ, ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਆ, ਤੇ ਕਹਿੰਦਾ ਮੈਂ ਉਹਨੂੰ ਬਚਾਉਣ ਦੇ ਲਈ ਪੂਰੀ ਕੋਸ਼ਿਸ਼ ਕਰੂੰਗਾ, ਹੈ ਨਾ, ਡਾਕਟਰ ਕੈਲੀ ਕਹਿੰਦਾ। ਡਾਕਟਰ ਬਰਾਊਨ ਸ਼ੋਰ ਡਾਕਟਰ ਵਿਲ ਮੇਕ ਆਲ ਪੋਸੀਬਲ ਐਫਰਟਸ ਟੂ ਸੇਵ ਹਰ, ਕਹਿੰਦਾ ਜ਼ਰੂਰ ਡਾਕਟਰ ਆਪਾਂ ਇਹਨਾਂ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ, ਹੈ ਨਾ। ਡੂ ਯੂ ਨੋ ਹਰ, ਫਿਰ ਉਹ ਡਾਕਟਰ ਬਰਾਊਨ ਨੂੰ ਪੁੱਛਦਾ, ਕਹਿੰਦਾ ਕੀ ਤੁਸੀਂ ਉਹਨੂੰ ਜਾਣਦੇ ਆ। ਡਾਕਟਰ ਕੈਲੀ ਸਮਾਈਲਸ ਅਗੇਨ, ਤੇ ਉਹ ਡਾਕਟਰ ਕੈਲੀ ਬੋਲਦਾ ਨਹੀਂ ਕੁਛ, ਬਸ ਉਹ ਹੱਸਣ ਲੱਗ ਜਾਂਦਾ, ਦੁਬਾਰਾ ਹੱਸ ਪੈਂਦਾ। ਹਾਂਜੀ ਆਹ ਦੇਖੋ ਉਹੀ ਇੱਕ ਲੇਡੀ ਹਸਪੀਟਲ ਦੇ ਬੈੱਡ 'ਤੇ ਪਈ ਹੋਈ ਆ, ਹੈ ਨਾ, ਇੱਧਰ ਡਾਕਟਰ ਆ, ਹੈ ਨਾ, ਹਸਪੀਟਲ ਦਾ ਸੀਨ ਦਿਖਿਆ ਹੋਇਆ ਆਪਾਂ ਨੂੰ। ਹਾਂਜੀ ਹੁਣ ਅੱਗੇ ਸਟਾਰਟ ਹੋ ਜਾਂਦਾ ਸੀਨ 3, ਠੀਕ ਹੈ। 2 ਸੀਨ ਆਪਾਂ ਆਲਰੇਡੀ ਦੇਖ ਚੁੱਕੇ ਹਾਂ, ਠੀਕ ਹੈ। ਇਹ ਹੁਣ 3rd ਸੀਨ ਸਟਾਰਟ ਹੋ ਗਿਆ। ਇਹਦੀ ਲੋਕੇਸ਼ਨ ਦੇਖ ਲਓ ਹੀ, ਅ ਰੂਮ ਇਨ ਦਾ ਹਸਪੀਟਲ। ਹੁਣ ਇਹ ਇੱਕ ਹਸਪੀਟਲ ਦੇ ਰੂਮ ਦੀ ਲੋਕੇਸ਼ਨ ਆ, ਤੇ ਕੈਰੈਕਟਰਸ ਇਹਦੇ 'ਚ ਕਿਹੜੇ ਕਿਹੜੇ ਆ। ਦ ਲੇਡੀ, ਇੱਕ ਤਾਂ ਲੇਡੀ ਆ ਹੀ, ਹੈ ਨਾ, ਇੱਕ ਕੀ ਆ ਅ ਨਰਸ, ਇੱਕ ਹਸਪੀਟਲ 'ਚ ਨਰਸ ਆ, ਇੱਕ ਕੀ ਆ ਅ ਮੈਨ ਫਰੋਮ ਦ ਬਿਲਸ ਡਿਪਾਰਟਮੈਂਟ, ਤੇ ਇੱਕ ਮਤਲਬ ਇੱਕ ਆਦਮੀ ਆ ਜਿਹੜਾ ਕਿ ਬਿਲ ਡਿਪਾਰਟਮੈਂਟ ਦੇ ਵਿੱਚੋਂ ਆਇਆ ਹੁੰਦਾ। ਦ ਨਰਸ ਪ੍ਰੀਪੇਅਰਸ ਟੂ ਗਿਵ ਮੈਡੀਸਨ ਟੂ ਦ ਲੇਡੀ, ਤੇ ਉਸ ਟਾਈਮ 'ਤੇ ਕੀ ਦਿਖ ਰਿਹਾ ਹੁੰਦਾ ਵੀ ਇੱਕ ਨਰਸ ਜਿਹੜੀ ਆ ਉਸ ਔਰਤ ਨੂੰ ਦੇਣ ਦੇ ਲਈ ਦਵਾਈਆਂ ਤਿਆਰ ਕਰ ਰਹੀ ਹੁੰਦੀ ਆ, ਹੈ ਨਾ। ਮੈਨ ਗਿਵਿੰਗ ਸਮ ਪੇਪਰਸ ਟੂ ਦ ਨਰਸ, ਤੇ ਉਹ ਜਿਹੜਾ ਆਦਮੀ ਹੁੰਦਾ ਨਾ ਉਹ ਕੁਛ ਪੇਪਰ ਫੜਾਉਂਦਾ ਉਹਨੂੰ ਨਰਸ ਨੂੰ। ਫਿਰ ਉਹਨੂੰ ਪੁੱਛਦਾ, ਕਹਿੰਦਾ ਇਜ਼ ਸ਼ੀ ਫੀਲਿੰਗ ਬੈਟਰ, ਕਹਿੰਦਾ ਕੀ ਹੁਣ ਉਹ ਠੀਕ ਆ। ਸ਼ੀ ਇਜ਼ ਲੱਕੀ ਦੈਟ ਡਾਕਟਰ ਹਾਵਰਡ ਕੈਲੀ ਹੈਂਡਲਡ ਹਰ ਕੇਸ, ਕਹਿੰਦਾ ਉਹ ਕਿਸਮਤ ਵਾਲੀ ਆ ਵੀ ਡਾਕਟਰ ਕੈਲੀ ਜਿਹੜੇ ਆ ਉਹ ਉਹਦਾ ਕੇਸ ਸਾਂਭ ਰਹੇ ਆ, ਹੈ ਨਾ, ਉਹਦਾ ਕੇਸ ਜਿਹੜਾ ਆ ਉਹ ਡਾਕਟਰ ਕੈਲੀ ਦੇ ਕੋਲ ਆ, ਹੈ ਨਾ। ਦਿਸ ਇਜ਼ ਹਰ ਬਿੱਲ, ਕਹਿੰਦਾ ਆ ਉਹਦਾ ਬਿੱਲ ਆ, ਠੀਕ ਹੈ, ਉਹਦੇ ਟਰੀਟਮੈਂਟ ਦਾ। ਸ਼ੀ ਨੀਡਸ ਟੂ ਪੇ ਵਿਦਿਨ 2 days, ਕਹਿੰਦਾ ਤੇ ਉਹਨੂੰ
2 ਦਿਨਾਂ ਦੇ ਵਿੱਚ ਇਹ ਬਿੱਲ ਪੇ ਕਰਨਾ ਪਏਗਾ, ਦੇਣਾ ਪਏਗਾ। ठीक है, शो हर द बिल, कहता उन्होंने यह बिल दिखा दो। ठीक है, वो आदमी मतलब कह रहा उन्होंने नर्स नूं। नर्स टेकिंग द बिल फ्रॉम द मैन, तो नर्स उत्तों बिल फड़ लेंदी आ। यू आर राइट शी इज़ लकी, वो कहती उन्होंने कहती हाँ तुसी ठीक कह रहे हाँ, सच्ची वो किस्मत वाली आ। एंड यस शी इज़ मच बैटर एंड हैल्थीयर, कहती तो हाँ हुण वो पहलां नालों वधिया आ, सेहतमंद आ, है ना, पहलां तो ठीक है। नर्स गिव्स मैडिसिन टू द लेडी, तो उस तो बाद नर्स उस लेडी नूं, उस औरत नूं दवाई दे दिंदी आ। नर्स हैंडिंग ओवर द बिल टू द लेडी, तो नर्स फिर उस तो बाद उन्होंने उस औरत नूं बिल फड़ा दिंदी आ। हेयर इज़ योर मैडिसिन एंड दिस इज़ योर बिल, तो वो कहती आ तुहाडियां दवाइयां ते आह तुहाडा बिल आ। एज पर द हॉस्पिटल रूल्स यू नीड टू पे द बिल इन 2 days, तो कहती हॉस्पिटल के नियमां के मुताबिक तुसी 2 दिनों के विच तुसी इस बिल नूं जमा करवाना है। ठीक है, जिहड़ा तुहाडा खर्चा आया तुहानूं ये हॉस्पिटल नूं पे करना पेगा 2 दिनों च। लेडी लुकिंग वरीड, है ना, वरीड हुंदा फिक्रमंद होना, है ना, चिंता च होना। तो जिहड़ी वो औरत आ, है ना, वो मतलब वरीड दिखाई दे रही है, चिंता च दिखाई दे रही है किसी च। दिस हॉस्पिटल सीम्स टू बी वेरी एक्सपेंसिव, तो कहती इदा लगता भी ये हॉस्पिटल तो बहुत ही ज़्यादा महंगा है ना। नर्स यस मैडम इट इज़ द मोस्ट एक्सपेंसिव हॉस्पिटल इन लंडन, तो नर्स उन्होंने कहती हाँ जी मैम ये लंडन का सब तो महंगा हॉस्पिटल है। लेडी लुक्स एट द बिल, तो वो औरत फिर बिल वाल देखती है। इट विल टेक मी अ लाइफ टाइम टू पे द बिल, तो वो देख के कहती मैनू इदा लगता भी इस बिल नूं देण लई तां मैनू पूरी लाइफ चाहिए है ना, मेरा पूरी लाइफ लग जूगी, मेरी पूरी जिंदगी इस बिल नूं उतारन ते। इट इज़ साइंड बाय डॉक्टर हॉवर्ड कैली, देयर इज़ समथिंग रिटन ऑन इट, कहती इनू तां डॉक्टर हॉवर्ड कैली ने साइन किया होया, तो ये उत्ते भी कुछ लिखिया भी होया। नर्स यस ही इज़ वेरी काइंड, ही टुक स्पैशल केयर ऑफ यू, ही इज़ फ्रॉम योर सिटी, तो नर्स कहती हाँ वो बहुत दयालु आ, तो उन्हें तुहाडी बहुत ज़्यादा देखभाल की है ना, तो वो कहती तुहाडे शहर तो ही आ। ठीक है, जिथों तुसीं बिलोंग करदे आ वो भी उत्थों दी आ। लेडी लुकिंग इंटरस्टिड, हुण वो औरत जिहड़ी आ उहनूं उहदे च होर ज़्यादा दिलचस्पी दिखाई दिंदी है ना। रियली सच्ची इज़ ही फ्रॉम ब्लैकपूल, कि वो सच ब्लैकपूल तो ही आ। नर्स टेक्स द बिल एंड लुक्स एट इट स्माइल्स, तो नर्स फिर वो तो बिल फड़दी आ, उहदे वल देखदी आ बिल वल ते हसदी आ। ओ श्योर समथिंग इज़ रिटन ऑन इट, तो वो कहती हाँ सच्ची जरूर ये ते तां कुछ लिखिया होया। लेडी ओके लैट मी सी, रीड्स अलाउड विद टीयर्स इन हर आईज, तो उदों बाद कहती ठीक है, कहती लिया मैं देखा। लेडी वो कहती तो वो नाल उहदी अखां च पानी हुंदा उस टाइम ते वो बोल के उच्ची उन्होंने पढ़ती आ। ठीक है, तो नाल उहदियां अखां च पानी आ जाता, उदों उहदे उपर लिखिया की हुंदा, उहदे उत्ते लिखिया हुंदा पेड इन फुल ईयर्स अगो विद अ ग्लास ऑफ मिल्क। ठीक है, डॉक्टर हॉवर्ड कैली आ सी बिल, है ना, तो उहदे उपर उन्होंने लिखिया हुंदा भी बहुत साल पहला इस बिल का भुगतान जिहड़ा ग्लास ऑफ मिल्क दे नाल कर दिता गया है। ठीक है, तो नीचे उहदा नाम लिखिया हुंदा डॉक्टर हॉवर्ड कैली। तो आ देखो हुणे हॉस्पिटल का बिल आ, उपर कैंसल्ड करता ना उन्हें डॉक्टर ने भी बिल पे हो गया, तो नीचे नहीं तो टोटल चार्जिज किन्ने लिखे हुए आ 2250 पाउंड्स, है ना, इन्ने पाउंड्स का बिल सी ये। ठीक है, तो उन्हें की किया सिर्फ उस ग्लास ऑफ मिल्क के बदले डॉक्टर हॉवर्ड कैली ने वो सारा बिल आप ही पे करता। हाँ जी, उस तो बाद लेडी गॉड ब्लैस हॉवर्ड, है ना, आई एम वेरी हैप्पी, तो फिर वो औरत कहती आ कि परमात्मा तेरे उत्ते मेहर करे हॉवर्ड, मैं बहुत खुश हाँ। माई फेथ इन गॉड एंड गुडनैस ऑफ पीपल हैज़ बिकम स्ट्रोंगर टुडे, कि अज मेरा परमात्मा च विश्वास ते नाल ही जिहड़ी लोकां दे विच चंगियाई आ वो होर ज़्यादा पहलां नालों भी वध चुकी आ। ठीक है, भी पहलां जिहड़ा मेरा विश्वास सीगा ना परमात्मा च वो होर ज़्यादा वध गया। ठीक है,
ਤੇ ਇਸ ਤਰੀਕੇ ਦੇ ਨਾਲ ਇਹ ਡਾਕਟਰ ਹਾਵਰਡ ਕੈਲੀ ਦੀ ਜਿਹੜੀ ਹੈਗੀ ਆ ਸਟੋਰੀ ਆ ਇਹਦੇ 'ਚ, ਤੇ ਕਿਸ ਤਰ੍ਹਾਂ ਉਹਨੇ ਆਪਣਾ ਇੱਕ ਜਿਹੜਾ ਉਹਦੀ ਹੈਲਪ ਕੀਤੀ ਹੁੰਦੀ ਹੈ ਨਾ ਛੋਟੇ ਹੁੰਦੇ ਦੀ ਉਸ ਲੇਡੀ ਨੇ, ਉਹਦੇ ਬਦਲੇ ਉਹਨੇ ਉਹਦਾ ਕਿਸ ਤਰ੍ਹਾਂ ਉਹਨੂੰ ਮਤਲਬ ਹੈਲਪ ਕੀਤੀ ਹੁੰਦੀ ਹੈ ਜਦੋਂ ਉਹਨੂੰ ਉਹਦੀ ਜ਼ਰੂਰਤ ਹੁੰਦੀ ਹੈ। ਠੀਕ ਹੈ, ਬਹੁਤ ਵਧੀਆ ਪਲੇਸ ਸੀ ਇਹ। ਤੁਸੀਂ ਜਦੋਂ ਸਕੂਲ ਸਟਾਰਟ ਹੋ ਗਏ ਆਪਣੇ ਫਰੈਂਡਸ ਦੇ ਨਾਲ ਇਹਨੂੰ ਜ਼ਰੂਰ ਕਰਕੇ ਦੇਖਿਓ। ਠੀਕ ਹੈ, ਇਹਦੇ ਡਾਇਲੋਗਸ ਵਗੈਰਾ। ਠੀਕ ਹੈ, ਇਸੇ ਤਰੀਕੇ ਨਾਲ ਸੀਨ 1 ਸੀਨ 2 ਐਂਡ ਸੀਨ 3 ਕਰਕੇ ਇਹਨੂੰ ਕੰਪਲੀਟ ਕਰਕੇ ਦੇਖਿਓ। ਠੀਕ ਹੈ, ਸਟੇਜ 'ਤੇ ਪਰਫੋਰਮ ਕਰਿਓ। ਓਕੇ, ਤੇ ਇਹਦੇ ਵਰਡ ਮੀਨਿੰਗ ਯਾਦ ਕਰ ਲਓ, ਕਾਪੀਜ਼ 'ਤੇ ਨੋਟ ਡਾਊਨ ਕਰ ਲਓ। ਓਕੇ ਓਕੇ ਸਟੂਡੈਂਟਸ, see you in the next video. Bye bye, God bless.